ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 310 ਤੋਂ ਲੈ ਕੇ 312 ਤੱਕ ਸਵਾਇਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓਨ, ਮੁਖ ਗੁਰਮੁਖ ਨਾਮ ਧਿਆਏ ਸੀ। ਸੋ ਕਰੇ ਜੇ ਸਤਿਗੁਰ ਭਾਵਸੀ, ਗੁਰ ਪੂਰਾ ਕਰੀ ਵਸਾਏ ਸੀ। ਹਾਂਜੀ ਸੰਗਤ ਜੀ, ਗੁਰੂ ਰਾਮਦਾਸ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਕਿਰਪਾ ਕਰਕੇ ਕਿਸੇ ਜੀਵ ਨੂੰ ਸਤਿਗੁਰ ਦਾ ਮੇਲ ਕਰਾ ਦਿੰਦੇ ਨੇ ਤਾਂ ਉਹ ਜੀਵ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਧਿਆਉਂਦਾ ਹੈ। ਫਿਰ ਕਹਿੰਦੇ ਉਹ ਸੇਵਕ ਉਹੀ ਕਾਰ ਕਰਦਾ ਹੈ ਜੋ ਸਤਿਗੁਰ ਦੇ ਮਨ ਨੂੰ ਚੰਗੀ ਲੱਗਦੀ ਹੈ, ਤੇ ਸਤਿਗੁਰ ਫਿਰ ਪਰਮਾਤਮਾ ਦਾ ਨਾਮ ਉਹਦੇ ਹਿਰਦੇ ਵਿੱਚ ਵਸਾ ਦਿੰਦੇ ਨੇ। ਜਿਨ ਅੰਦਰ ਨਾਮ ਨਿਧਾਨ ਹੈ, ਤਿਨ ਕਾ ਭਉ ਸਭ ਗਵਾਏ ਸੀ। ਜਿਨ ਰੱਖਣ ਕੋ ਹਰ ਆਪ ਹੋਏ, ਹੋਰ ਕੀਤੀ ਚਖ ਚਖ ਜਾਏ ਸੀ। ਜਨ ਨਾਨਕ ਨਾਮ ਧਿਆਏ ਤੂੰ, ਹਰ ਹਾਲਤ ਪਲਤ ਛੁਡਾਏ ਸੀ। ਕਹਿੰਦੇ ਫਿਰ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਵਸ ਜਾਂਦਾ, ਕਹਿੰਦੇ ਉਹਨਾਂ ਦਾ ਫਿਰ ਸਤਿਗੁਰ ਸਾਰਾ ਡਰ ਖਤਮ ਕਰ ਦਿੰਦਾ। ਕਹਿੰਦੇ ਜਿਸ ਨੂੰ ਪਰਮਾਤਮਾ ਰੱਖਣ ਵਾਲਾ ਹੈ, ਕਹਿੰਦੇ ਉਹਦਾ ਕੋਈ ਬੁਰਾ ਨਹੀਂ ਕਰ ਸਕਦਾ। ਹੋਰ ਚਾਹੇ ਜੱਗ, ਚਾਹੇ ਹੋਰ ਸਾਰਾ ਸੰਸਾਰ ਕੁਛ ਉਹਦੇ ਬਾਰੇ ਕਹੇ, ਪਰ ਜਿਹਨੂੰ ਪਰਮਾਤਮਾ ਆਪ ਰੱਖਦਾ ਉਹਦਾ ਕੋਈ ਬੁਰਾ ਨਹੀਂ ਕਰ ਸਕਦਾ। ਫਿਰ ਨਾਨਕ ਜੀ ਕਹਿੰਦੇ ਨੇ, ਹੇ ਸੇਵਕੋ ਪਰਮਾਤਮਾ ਦਾ ਨਾਮ ਧਿਆਓ, ਕਿਉਂਕਿ ਪਰਮਾਤਮਾ ਦਾ ਨਾਮ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜੀਵ ਦੀ ਸਹਾਇਤਾ ਕਰਦਾ ਹੈ। ਮਹੱਲਾ ਚੌਥਾ। ਗੁਰ ਸਿੱਖਾਂ ਕੈ ਮਨ ਪਾਵਦੀ, ਗੁਰ ਸਤਿਗੁਰ ਕੀ ਵਡਿਆਈ। ਹਰ ਰਾਖੋ ਪੈਜ ਸਤਿਗੁਰੂ ਕੀ, ਨਿਤ ਚੜ੍ਹੈ ਸਵਾਈ। ਕਹਿੰਦੇ ਗੁਰਸਿੱਖਾਂ ਨੂੰ ਸਤਿਗੁਰ ਦੀ ਵੱਧਦੀ ਵਡਿਆਈ ਚੰਗੀ ਲੱਗਦੀ ਹੈ। ਕਹਿੰਦੇ ਉਸ ਜਿਹੜੇ ਸਤਿਗੁਰ ਦੇ ਸਿੱਖ ਨੇ ਉਹ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਿ ਸਤਿਗੁਰ ਦੀ ਵਡਿਆਈ ਇਸ ਤਰ੍ਹਾਂ ਵੱਧਦੀ ਜਾਏ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਛੜਾਈ। ਕਹਿੰਦੇ ਜਿਹੜੇ ਗੁਰ ਸਤਿਗੁਰ ਨੇ ਉਹਨਾਂ ਦੇ ਮਨ ਵਿੱਚ ਉਹ ਪਰਮਾਤਮਾ ਵਸਦਾ ਹੈ ਜੋ ਸਤਿਗੁਰ ਦੀ ਰੱਖਿਆ ਕਰਦਾ ਹੈ। ਗੁਰ ਸਤਿਗੁਰ ਤਾਣ ਦੀਵਾਨ, ਹਰ ਤਿਨ ਸਭ ਆਣ ਨਿਵਾਈ। ਕਹਿੰਦੇ ਗੁਰੂ ਸਤਿਗੁਰ ਦਾ ਸਾਰਾ ਆਸਰਾ, ਸਾਰਾ ਬਲ ਉਹ ਪਰਮਾਤਮਾ ਹੈ, ਤੇ ਪਰਮਾਤਮਾ ਸਾਰਿਆਂ ਨੂੰ ਗੁਰੂ ਦੇ ਅੱਗੇ ਆ ਕੇ ਨਿਵਾਉਂਦਾ ਹੈ। ਜਿਨੀ ਡਿੱਠਾ ਮੇਰਾ ਸਤਿਗੁਰ ਪਾਓ ਕਰ, ਤਿਨ ਕੇ ਸਭ ਪਾਪ ਗਵਾਈ। ਹਰ ਦਰ ਗਏ ਤੇ ਮੁਖ ਉਜਲੇ, ਬਹੁ ਸੋਭਾ ਪਾਈ। ਕਹਿੰਦੇ ਜਿਨ੍ਹਾਂ ਨੇ ਉਸ ਸਤਿਗੁਰ ਦਾ ਦਰਸ਼ਨ ਕੀਤਾ ਤੇ ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਫਿਰ ਕਹਿੰਦੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹ ਵਡਿਆਈ ਪਾਉਂਦੇ ਨੇ, ਉਹਨਾਂ ਦੇ ਮੁਖ ਰੋਸ਼ਨ ਹੁੰਦੇ ਨੇ। ਜਨ ਨਾਨਕ ਮੰਗੈ ਤੂੜ ਤਿਨ, ਜੋ ਗੁਰ ਕੇ ਸਿੱਖ ਮੇਰੇ ਪਾਈ। ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਗੁਰੂ ਦੇ ਸਿੱਖ ਨੇ, ਕਹਿੰਦੇ ਮੇਰੇ ਭਾਈ, ਉਹਨਾਂ ਦੀ ਚਰਨ ਧੂੜ ਤਾਂ ਕਹਿੰਦੇ ਸੇਵਕ ਦਾਸ ਨਾਨਕ ਵੀ ਮੰਗਦਾ ਹੈ। ਪੌੜੀ।
ਹਉ ਆਖ ਸਲਾਈ ਸਿਫਤ ਸੱਚ, ਸੱਚ ਸੱਚੇ ਕੀ ਵਡਿਆਈ। ਸਾਲਾਹੀ ਸੱਚ ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈ। ਕਹਿੰਦੇ ਹੇ ਪਰਮੇਸ਼ਰ ਜੀ, ਮਿਹਰ ਕਰੋ ਅਸੀਂ ਤੁਹਾਡੀ ਸਿਫਤ ਸਲਾਹ ਕਰੀਏ। ਤੁਹਾਡੀ ਸਿਫਤ ਸਲਾਹ ਹੀ ਕਹਿੰਦੇ ਸੱਚੇ ਦੀ ਕੀਤੀ ਜਾ ਸਕਦੀ ਹੈ, ਪਰ ਹੇ ਸੱਚੇ ਤੇਰੀ ਕੀਮਤ ਨਹੀਂ ਪਾ ਸਕਦੇ, ਤੇਰੇ ਗੁਣਾਂ ਦਾ ਮੁੱਲ ਨਹੀਂ ਅਸੀਂ ਪਾ ਸਕਦੇ। ਸੱਚ ਸੱਚਾ ਰਸ ਜਿਨੀ ਚਾਖਿਆ, ਸੇ ਤ੍ਰਿਪਤ ਰਹੇ ਆਘਾਈ। ਇਹ ਹਰ ਰਸ ਸੇਈ ਜਾਣਦੇ, ਜਿਉਂ ਗੂੰਗੇ ਮਠਿਆਈ ਖਾਈ। ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ, ਸੱਚੇ ਦਾ ਰਸ ਚੱਖ ਲਿਆ, ਕਹਿੰਦੇ ਫਿਰ ਉਹ ਮਾਇਆ ਵੱਲੋਂ ਤ੍ਰਿਪਤ ਹੋ ਜਾਂਦੇ ਨੇ। ਪਰ ਕਹਿੰਦੇ ਇਹ ਜਿਹੜਾ ਰਸ ਆ ਪਰਮਾਤਮਾ ਦੇ ਨਾਮ ਦਾ, ਇਹਨੂੰ ਜਿਹੜੇ ਚੱਖਦੇ ਨੇ ਇਹਦਾ ਸਵਾਦ ਉਹੀ ਜਾਣਦੇ ਨੇ। ਇਹ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ, ਜਿਵੇਂ ਗੂੰਗਾ ਮਠਿਆਈ ਖਾ ਕੇ ਉਹਦਾ ਸਵਾਦ ਕਿਸੇ ਨੂੰ ਦੱਸ ਨਹੀਂ ਸਕਦਾ। ਇਸ ਰਸ ਦਾ ਸਵਾਦ ਵੀ ਮਾਣਿਆ ਹੀ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਗੁਰ ਪੂਰੈ ਹਰ ਪ੍ਰਭ ਸੇਵਿਆ, ਮਨ ਵੱਜੀ ਵਧਾਈ। ਕਹਿੰਦੇ ਜਿਹੜੇ ਪੂਰਾ ਗੁਰੂ ਆ ਉਹ ਹਮੇਸ਼ਾ ਉਸ ਸੱਚੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਤੇ ਉਹਦਾ ਹਿਰਦਾ ਸਦਾ ਖਿੜਿਆ ਰਹਿੰਦਾ ਹੈ। ਸ਼ਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ, ਸੇਈ ਜਾਣਨ ਸੂਲੀਆ। ਹਰ ਜਾਣੈ ਸੇਈ ਬਿਰਹੋ ਹਉ, ਤਿਨ ਵਿਟੋਂ ਸਦ ਕੁਮ ਕੋਲੀਆ। ਉਮਰਥਲ ਇੱਕ ਤਰ੍ਹਾਂ ਦਾ ਕਹਿੰਦੇ ਕੋਈ ਫੋੜਾ ਹੁੰਦਾ ਅੰਦਰ। ਕਹਿੰਦੇ ਵੀ ਜਿਸ ਦੇ ਇਹ ਅੰਦਰ ਹੈ ਇਹ ਫੋੜਾ, ਕਹਿੰਦੇ ਇਹਦੀ ਪੀੜਾ ਉਹੀ ਜਾਣਦਾ। ਇਸ ਤਰ੍ਹਾਂ ਹੀ ਕਹਿੰਦੇ ਜਿਨ੍ਹਾਂ ਨੂੰ ਉਸ ਪਰਮਾਤਮਾ ਨਾਲ ਪ੍ਰੇਮ ਲੱਗਿਆ ਅਤੇ ਫਿਰ ਉਹ ਪਰਮਾਤਮਾ ਦੇ ਵਿਛੋੜੇ ਨੂੰ ਸਹਿ ਰਹੇ ਨੇ, ਕਿਉਂਕਿ ਉਹਨਾਂ ਨੂੰ ਪਰਮਾਤਮਾ ਨਾਲ ਪ੍ਰੇਮ ਲੱਗਿਆ। ਹੁਣ ਪ੍ਰੇਮ ਦੇ ਕਰਕੇ ਮਿਲਣ ਦੀ ਤਾਂਘ ਹੈ, ਜੋ ਮਿਲਣ ਦੀ ਤਾਂਘ ਆ, ਫਿਰ ਜਿਹੜਾ ਇਹ ਵਿਛੋੜਾ ਇਹਦਾ ਸੱਲ ਕਹਿੰਦੇ ਉਹੀ ਜਾਣਦੇ ਨੇ ਜੋ ਪਰਮਾਤਮਾ ਤੋਂ ਇਹ ਵਿਛੋੜੇ ਨੂੰ ਮਹਿਸੂਸ ਕਰ ਰਹੇ ਨੇ। ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਨਾ ਜਿਨ੍ਹਾਂ ਨੂੰ ਪਰਮਾਤਮਾ ਦੇ ਪ੍ਰੇਮ ਅਤੇ ਵਿਛੋੜੇ ਦੀ ਸੱਲ ਲੱਗੀ ਆ। ਹਰ ਮੇਲੋ ਸੱਜਣ ਪੁਰਖ ਮੇਰਾ, ਸਿਰ ਤਿੰਨ ਵਿਟੋਂ ਤਲ ਰੋਲੀਆ। ਹਰ ਮੇਲੋ ਸੱਜਣ ਪੁਰਖ ਮੇਰਾ, ਸਿਰ ਤਿੰਨ ਵਿਟੋਂ ਤਲ ਰੋਲੀਆ। ਕਹਿੰਦੇ ਹੇ ਸੱਜਣ ਪੁਰਖੋ, ਮੇਰਾ ਪਰਮਾਤਮਾ ਨਾਲ ਮੇਲ ਕਰਾ ਦਿਓ। ਕਹਿੰਦੇ ਜਿਹੜਾ ਮੇਰਾ ਪਰਮਾਤਮਾ ਦੇ ਨਾਲ ਮੇਲ ਕਰਾਉਂਦਾ, ਕਹਿੰਦੇ ਉਹਦੇ ਪੈਰਾਂ ਤਲੇ ਮੈਂ ਆਪਣਾ ਸਿਰ ਰੋਲਣ ਨੂੰ ਤਿਆਰ ਹਾਂ। ਜੋ ਸਿੱਖ ਗੁਰ ਕਾਰ ਕਮਾਵੈ, ਹਉ ਗੁਲਮ ਤਿਨਾ ਕਾ ਗੋਲੀਆ। ਕਹਿੰਦੇ ਜਿਹੜੇ ਸਿੱਖ ਪਰਮਾਤਮਾ ਦੀ ਸੇਵਾ ਭਗਤੀ ਦੀ ਕਾਰ ਕਰਦੇ ਨੇ, ਕਹਿੰਦੇ ਮੈਂ ਉਹਨਾਂ ਦੇ ਗੁਲਾਮਾਂ ਦਾ ਵੀ ਗੁਲਾਮ ਹਾਂ। ਹਰ ਰੰਗ ਚ ਲੂਲੈ ਜੋ ਰਤੇ, ਤਿਨ ਪਿੰਨੀ ਹਰ ਰੰਗ ਚੋਲੀਆ। ਕਹਿੰਦੇ ਜਿਨ੍ਹਾਂ ਦੇ ਮਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਗੂੜੇ ਰੰਗੇ ਨੇ, ਉਹਨਾਂ ਦੇ ਤਨ ਵੀ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ। ਕਰ ਕਿਰਪਾ ਨਾਨਕ ਮੇਲ ਗੁਰ, ਪਹਿ ਸਿਰ ਵੇਚਿਆ ਮੋਲੀਆ। ਨਾਨਕ ਜੀ ਕਹਿੰਦੇ ਨੇ ਹੇ ਪਰਮਾਤਮਾ ਜੀ, ਕਿਰਪਾ ਕਰਕੇ ਸਾਨੂੰ ਗੁਰੂ ਨੂੰ ਮਿਲਾ ਦਿਓ ਅਤੇ ਅਸੀਂ ਗੁਰੂ ਦੇ ਪਾਸ ਆਪਣਾ ਸਿਰ ਮੁੱਲ ਵੇਚ ਦੇਈਏ, ਕਿ ਆਪਣੀ ਜਿਹੜੀ ਮੱਤ ਆ ਉਹ ਗੁਰੂ ਦੇ ਚਰਨਾਂ 'ਚ ਰੱਖ ਦੇਈਏ ਅਤੇ ਗੁਰੂ ਦੀ ਮੱਤ ਲੈ ਲਈਏ। ਮਹੱਲਾ ਚੌਥਾ। ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਗੁਰਮੁਖ ਗੁਣ ਵੇਹਾਜੀਐ, ਮਲ ਹਉਮੈ ਕੱਢੈ ਤੋਏ। ਕਹਿੰਦੇ ਹੇ ਸੰਤ ਜਨੋ,
ਕਹਿੰਦੇ ਮੇਰਾ ਸਰੀਰ ਔਗਣਾਂ ਦੇ ਨਾਲ ਭਰਿਆ ਹੋਇਆ, ਇਹ ਕਿਵੇਂ ਨਿਰਮਲ ਹੋ ਸਕਦਾ। ਫਿਰ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਉੱਥੇ ਗੁਣ ਵਿਹਾਜਦੇ ਨੇ, ਗੁਣਾਂ ਦਾ ਵਪਾਰ ਕਰਦੇ ਨੇ, ਫਿਰ ਉਹਦੇ ਸਦਕੇ ਅੰਦਰੋਂ ਹਉਮੈ ਦੀ ਮੈਲ ਕੱਢ ਹੁੰਦੀ ਆ ਚੰਗੇ ਗੁਣਾਂ ਨਾਲ। ਸੱਚ ਵਣਜੈ ਰੰਗ ਸਿਉ ਸੱਚ ਸੌਦਾ ਹੋਏ, ਟੋਟਾ ਮੂਲ ਨ ਆਵਈ ਲਾਹਾ ਹਰ ਪਾਵੈ ਸੋਏ। ਕਹਿੰਦੇ ਫਿਰ ਜਿਹੜੇ ਸਤਿਗੁਰ ਦੀ ਸ਼ਰਨ 'ਚ ਰਹਿੰਦੇ ਨੇ ਉੱਥੇ ਉਹ ਸੱਚੇ ਦੇ ਨਾਮ ਦਾ ਸੌਦਾ ਕਰਦੇ ਨੇ, ਵਪਾਰ ਕਰਦੇ ਨੇ। ਕਹਿੰਦੇ ਸੱਚੇ ਦੇ ਨਾਮ ਦਾ ਸੌਦਾ ਕਰਨ ਨਾਲ ਕਦੇ ਘਾਟਾ ਨਹੀਂ ਪੈਂਦਾ। ਲਾਹਾ ਕੀ ਹੁੰਦਾ ਕਿ ਪਰਮਾਤਮਾ ਮਨ 'ਚ ਪਿਆਰਾ ਲੱਗਣ ਲੱਗ ਜਾਂਦਾ। ਨਾਨਕ ਤਿੰਨ ਸੱਚ ਵਣੰਜਿਆ, ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ। ਫਿਰ ਨਾਨਕ ਜੀ ਕਹਿੰਦੇ ਨੇ ਇਹ ਸੱਚ ਦਾ ਵਣਜ ਵੀ ਵਪਾਰ ਵੀ ਉਹੀ ਜੀਵ ਕਰ ਸਕਦੇ ਨੇ ਜਿਨ੍ਹਾਂ ਦੇ ਧੁਰ ਤੋਂ ਪਿਛਲੇ ਪੂਰਵਲੇ ਕਰਮਾਂ ਦੇ ਸੰਸਕਾਰਾਂ ਦੇ ਹਿਸਾਬ ਨਾਲ ਹਿਰਦੇ 'ਤੇ ਨਾਮ ਪਹਿਲਾਂ ਦਾ ਉਕਰਿਆ ਹੋਇਆ। ਫਿਰ ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਉਹਦੇ ਸੱਚ ਦਾ ਨਾਮ ਦਾ ਵਪਾਰ ਕਰਨਾ ਇਸ ਜਨਮ ਦੇ ਵਿੱਚ। ਇਹ ਇਸ ਤਰ੍ਹਾਂ ਵੀ ਹੈ ਸੰਗਤ ਜੀ, ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਕਿ ਵੀ ਪਿਛਲੇ ਜਨਮ ਵੀ ਮੈਂ ਤੇਰਾ ਸੇਵਕ ਸੀਗਾ ਤੇ ਵੀ ਹੁਣ ਕਹਿੰਦੇ ਇਸ ਵਾਰ ਮੈਂ ਤੇਰਾ ਸੇਵਕ ਹਾਂ, ਪਰ ਕਹਿੰਦੇ ਇਸ ਵਾਰ ਮੈਨੂੰ ਪਾਰ ਲੰਘਾ ਦੇ। ਕਬੀਰ ਜੀ ਨੂੰ ਆਪਣੇ ਪਿਛਲੇ ਜਨਮ ਦਾ ਕੁਛ ਪਤਾ ਸੀ ਤਾਂ ਉਹਨਾਂ ਨੇ ਦੇਖਿਆ ਸੀ ਕਿ ਉਹਨਾਂ ਨੇ ਪਿਛਲੇ ਜਨਮ 'ਚ ਵੀ ਭਗਤੀ ਕੀਤੀ ਸੀ, ਪਰ ਉਹਨਾਂ ਦੀ ਭਗਤੀ ਤੋੜ ਤੱਕ ਨਿਭ ਨਹੀਂ ਸੀ ਸਕੀ। ਫਿਰ ਇਸ ਵਾਰ ਉਹਨਾਂ ਨੇ ਆਪਣੇ ਸ਼ਲੋਕ ਦੇ ਵਿੱਚ ਦੱਸਿਆ ਕਿ ਵੀ ਹੇ ਪਰਮੇਸ਼ਰ ਵੀ ਇਸ ਵਾਰ ਤੂੰ ਮੇਰਾ ਕਿਨਾਰਾ ਕਰ ਦੇ, ਇਸ ਵਾਰ ਤੂੰ ਮੇਰੀ ਭਗਤੀ ਕਬੂਲ ਕਰ ਲਾ ਅਤੇ ਮੇਰਾ ਨਿਸਤਾਰਾ ਕਰ ਦੇ। ਇਹ ਫਿਰ ਇਸ ਤੁਕ ਦੇ ਵਿੱਚ ਇਹ ਗੱਲ ਆ ਗਈ ਨਾ ਕਿ ਜਿਨ੍ਹਾਂ ਦੇ ਪੂਰਵਲੇ ਕਰਮ ਹੁੰਦੇ ਨੇ ਨਾ, ਪੂਰਵਲੇ ਕਰਮਾਂ ਦੇ ਅਨੁਸਾਰ ਪਹਿਲੀ ਭਗਤੀ ਹੁੰਦੀ ਆ ਨਾ, ਫਿਰ ਉਹ ਥੋੜ੍ਹਾ ਜਿਹਾ ਉਹਨਾਂ ਦਾ ਜਿਹੜਾ ਇਹ ਹੁੰਦਾ ਅੰਕੁਰ ਛੇਤੀ ਫੁੱਟ ਪੈਂਦਾ, ਫਿਰ ਉਹ ਛੇਤੀ ਇਸ ਪਾਸੇ ਵੱਲ ਲੱਗ ਜਾਂਦੇ ਨੇ ਅਤੇ ਵਾਹਿਗੁਰੂ ਦੀ ਮਿਹਰ ਹੋਈ ਤਰ ਜਾਂਦੇ ਨੇ। ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ। ਪੌੜੀ ਸਾਲਾਹੀ ਸੱਚ ਸਲਾਹਣਾ, ਸੱਚ ਸੱਚਾ ਪੁਰਖ ਨਿਰਾਲੇ, ਸੱਚ ਸੇਵੀ ਸੱਚ ਮਨ ਵਸੈ, ਸੱਚ ਸੱਚਾ ਹਰ ਰਖਵਾਲੇ। ਕਹਿੰਦੇ ਹੇ ਪਰਮੇਸ਼ਰ ਜੀ ਕਿਰਪਾ ਕਰ ਅਸੀਂ ਤੇਰੀ ਸਿਫਤ ਸਲਾਹ ਕਰੀਏ। ਹੇ ਸੱਚੇ ਕਹਿੰਦੇ ਤੇਰੀ ਸਿਫਤ ਸਲਾਹ ਕਰੀਏ, ਤੈਨੂੰ ਹੀ ਮਨ ਦੇ ਵਿੱਚ ਵਸਾਈਏ। ਕਹਿੰਦੇ ਤੂੰ ਹੀ ਸਾਡੀ ਸਦਾ ਰੱਖਿਆ ਕਰਨ ਵਾਲਾ ਹੋਵੇਂ। ਸੱਚ ਸੱਚਾ ਜਿਨੀ ਆਰਾਧਿਆ, ਸੇ ਜਾਏ ਰਲੇ ਸੱਚ ਨਾਲੇ। ਕਹਿੰਦੇ ਜਿਹੜੇ ਉਸ ਸੱਚੇ ਨੂੰ ਦਿਲ ਤੋਂ ਇਕਾਗਰਚਿਤ ਹੋ ਕੇ ਆਰਾਧਦੇ ਨੇ ਉਹ ਉਹਦਾ ਰੂਪ ਹੋ ਜਾਂਦੇ ਨੇ। ਸੱਚ ਸੱਚਾ ਜਿਨੀ ਨਾ ਸੇਵਿਆ, ਸੇ ਮਨ ਮੁਖ ਮੂੜ ਬੇਤਾਲੇ। ਕਹਿੰਦੇ ਜਿਹੜੇ ਉਹ ਸੱਚੇ ਦਾ ਨਾਮ ਨਹੀਂ ਜਪਦੇ ਉਹ ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਸਰੀਰ ਮਨੁੱਖ ਦਾ, ਪਰ ਜਿਸ ਤਰ੍ਹਾਂ ਕਹਿੰਦੇ ਵੀ ਬੇਤਾਲੇ ਨੇ, ਜਿਵੇਂ ਤਾਲ ਤੋਂ ਖੁੰਝੇ ਹੋਏ ਨੇ, ਜਿਵੇਂ ਮਨਮੁਖ ਨੇ, ਮੁਗਧ ਜੀਵ ਨੇ ਜਿਹੜਾ ਉਹਦਾ ਨਾਮ ਨਹੀਂ ਸੇਵਦੇ। ਉਹ ਆਲ ਪਤਾਲ ਮੋਹ ਬੋਲਦੇ, ਜਿਉਂ ਪੀਤੈ ਮਦ ਮਤਵਾਲੇ। ਕਹਿੰਦੇ ਉਹ ਆਪਣੇ ਮੁਖ ਤੋਂ ਇੱਦਾਂ ਉੱਚਾ ਨੀਵਾਂ ਬੋਲਦੇ ਨੇ ਜਿਵੇਂ ਕੋਈ ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਬੋਲ ਰਿਹਾ ਹੁੰਦਾ, ਜਿਹੜੇ ਮਨਮੁਖ ਨੇ। ਸ਼ਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ, ਜੇ ਖਸਮੈ ਚਿੱਤ ਕਰੇ। ਭਾਣੈ ਚੱਲੈ ਸਤਿਗੁਰੂ ਕੈ, ਐਸਾ ਸੀਗਾਰ ਕਰੇ। ਕਹਿੰਦੇ ਗੌੜੀ ਰਾਗ ਭਾਗਾਂ ਵਾਲਾ ਹੈ, ਪਰ ਤਾਂ ਜੇ ਕੋਈ ਇਹਦੇ ਰਾਹੀਂ ਉਸ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਵਸਾਏ। ਫਿਰ ਕਹਿੰਦੇ ਜਿਹੜਾ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਵਸਾਉਣ ਦਾ ਸ਼ਿੰਗਾਰ ਕਰੇ,
ਭਾਣੇ ਚੱਲੈ ਸਤਿਗੁਰੂ ਕੇ ਐਸਾ ਸਿਗਾਰ ਕਰੇ। ਕਹਿੰਦੇ ਫਿਰ ਜਿਹੜਾ ਆਪਣੇ ਸਤਿਗੁਰ ਦੇ ਭਾਣੇ ਵਿੱਚ ਰਹੇ ਤੇ ਪਰਮਾਤਮਾ ਨੂੰ ਚਿੱਤ ਵਿੱਚ ਵਸਾਉਣ ਦਾ ਸਿੰਗਾਰ ਕਰੇ। ਸੱਚਾ ਸ਼ਬਦ ਪਤਾਰ ਹੈ ਸਦਾ ਸਦਾ ਰਾਵੇ। ਫਿਰ ਕਹਿੰਦੇ ਜਿਹੜਾ ਇਹ ਸੱਚਾ ਸ਼ਬਦ ਰੂਪ ਖਸਮ ਹੈ, ਫਿਰ ਕਹਿੰਦੇ ਇਹਦੇ ਰਾਹੀਂ ਉਹ ਜੀਵ ਹਮੇਸ਼ਾ ਆਨੰਦ ਮਾਣਦਾ ਹੈ। ਜਿਉਂ ਉਬਲੀ ਮਜੀਠੈ ਰੰਗ ਗਹਿ ਗਹਾ ਤਿਉਂ ਸੱਚੇ ਨੂੰ ਜੀਓ ਦੇ। ਕਹਿੰਦੇ ਜਿਵੇਂ ਮਜੀਠੇ ਦਾ ਰੰਗ ਸਹਾਰ ਕੇ ਹੀ ਰੰਗ ਗੂੜਾ ਹੁੰਦਾ, ਮਜੀਠੇ ਦਾ ਜਿਹੜਾ ਉਬਾਲਾ ਹੁੰਦਾ ਉਹ ਉਬਾਲਾ ਸਹਾਰਿਆਂ ਹੀ ਉਹਦਾ ਰੰਗ ਗੂੜਾ ਬਣਦਾ। ਇਸ ਤਰ੍ਹਾਂ ਹੀ ਕਹਿੰਦੇ ਉਹ ਜੀਵ ਜੋ ਸੱਚੇ ਦਾ ਨਾਮ ਜਪਦੇ ਨੇ, ਕਹਿੰਦੇ ਆਪਣੀ ਜਿਹੜਾ ਹੈਗਾ ਹਿਰਦਾ ਉਹ ਸੱਚੇ ਦੇ ਹਵਾਲੇ ਕਰਦੇ ਨੇ, ਉਹਨਾਂ ਨੂੰ ਫਿਰ ਇਹਦਾ ਪ੍ਰੇਮ ਦਾ ਰੰਗ ਗੂੜਾ ਚੜ੍ਹਦਾ। ਰੰਗ ਚਲੂਲੈ ਅਤ ਰਤੀ ਸੱਚੇ ਸਿਉ ਲੱਗਾ ਨੇਹ। ਉਹ ਕਹਿੰਦੇ ਫਿਰ ਪਰਮਾਤਮਾ ਦੇ ਰੰਗ ਵਿੱਚ ਗੂੜੇ ਰੰਗੇ ਜਾਂਦੇ ਨੇ। ਜਿਵੇਂ ਮਜੀਠ ਦਾ ਰੰਗ ਗੂੜਾ ਹੋ ਜਾਂਦਾ, ਇਸ ਤਰ੍ਹਾਂ ਹੀ ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਦਾ ਰੰਗ ਗੂੜਾ ਹੋ ਜਾਂਦਾ। ਕੂੜ ਠੱਗੀ ਗੁੱਜੀ ਨਾ ਰਹੈ ਕੂੜ ਮੁਲੰਮਾ ਪਲੇਟ ਤਰੇ। ਕਹਿੰਦੇ ਜਿਹੜੇ ਝੂਠ ਦਾ ਸਹਾਰਾ ਲੈਂਦੇ ਨੇ, ਉਹ ਜਿਵੇਂ ਕਹਿੰਦੇ ਵੀ ਕਿਸੇ ਧਾਤ ਦੇ ਉੱਪਰੋਂ ਕੋਈ ਸਿਰਫ ਹੋਰ ਧਾਤ ਚਾੜੀ ਹੋਵੇ ਜਾਂ ਉੱਪਰੋਂ ਉਹ ਜਿਹੜਾ ਨਿਕਲ ਲੈ ਜਾਂਦਾ, ਫਿਰ ਹੇਠੋਂ ਅਸਲ ਵਾਪਸ ਆ ਜਾਂਦਾ ਨਾ। ਜੇ ਆਪਾਂ ਕਿਸੇ ਦੇ ਉੱਪਰ ਪੇਂਟ ਕਰਕੇ ਕੋਈ ਨੂੰ ਹੋਰ ਚੀਜ਼ ਬਣਾ ਦਈਏ, ਉੱਪਰਲਾ ਪੇਂਟ ਲੈ ਗਿਆ ਤਾਂ ਹੇਠੋਂ ਫਿਰ ਅਸਲੀ ਨਿਕਲ ਆਉਂਦੀ ਆ ਨਾ। ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਠੱਗੀਆਂ ਫਰੇਬੀਆਂ ਵਾਲੇ ਹੁੰਦੇ ਨੇ, ਉਹਨਾਂ ਦਾ ਕਹਿੰਦੇ ਵੀ ਜਿਹੜਾ ਇਹ ਫਰੇਬ ਆ ਬਹੁਤੀ ਦੇਰ ਨਹੀਂ ਚੱਲਦਾ, ਇਹਦਾ ਸੱਚ ਬਾਹਰ ਆ ਜਾਂਦਾ। ਕੂੜੀ ਕਰਨ ਵਡਾਈਆਂ ਕੂੜੇ ਸਿਉ ਲੱਗਾ ਨੇਹ। ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ। ਕਹਿੰਦੇ ਫਿਰ ਜਿਹੜੀ ਇਹ ਝੂਠੀਆਂ ਠੱਗੀਆਂ ਦੇ ਨਾਲ ਜਿਨ੍ਹਾਂ ਦਾ ਪ੍ਰੇਮ ਆ ਇਹਨਾਂ 'ਚ ਲੱਗੇ ਹੋਏ ਨੇ, ਉਹਨਾਂ ਦਾ ਕਹਿੰਦੇ ਜਿਹੜਾ ਪਾਜ ਖੁੱਲ੍ਹ ਜਾਂਦਾ। ਫਿਰ ਨਾਨਕ ਜੀ ਕਹਿੰਦੇ ਨੇ ਵੀ ਉਹ ਸੱਚਾ ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ। ਜਿਹੜੇ ਇਹ ਲੋਕ ਗਲਤ ਚੀਜ਼ਾਂ ਵੱਲ ਵੀ ਲੱਗੇ ਹੋਏ ਨੇ, ਠੱਗੀਆਂ ਝੂਠਾਂ ਵਿੱਚ, ਜੇ ਇਹਨਾਂ 'ਤੇ ਵੀ ਮਿਹਰ ਦੀ ਨਜ਼ਰ ਕਰ ਦਿੰਦਾ ਪਰਮਾਤਮਾ ਤਾਂ ਇਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ। ਮਹੱਲਾ ਚੌਥਾ। ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ। ਉਹ ਪੁਰਖ ਪ੍ਰਾਣੀ ਤਨ ਜਨ ਹੈ ਉਪਦੇਸ ਕਰੈ ਪਰ ਉਪਕਾਰਿਆ। ਕਹਿੰਦੇ ਸਤ ਸੰਗਤ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਆ। ਕਿਉਂ? ਉੱਥੇ ਕਹਿੰਦੇ ਜਿਹੜੇ ਸਾਧੂ ਸੰਤ ਨੇ ਉਹ ਗੁਰੂ ਦੇ ਕਹਿੰਦੇ ਸਨਮੁਖ ਹੋ ਕੇ ਪਰਮਾਤਮਾ ਦੀ ਸਿਫਤ ਕਰਦੇ ਨੇ। ਕਹਿੰਦੇ ਉਹ ਧਨ ਨੇ, ਉਹ ਕਹਿੰਦੇ ਪਰ ਉਪਕਾਰ, ਉਹ ਆਪ ਤਾਂ ਉੱਥੇ ਨਾਮ ਜਪਦੇ ਨੇ, ਪਰ ਉਹ ਕਹਿੰਦੇ ਗੁਰੂ ਦਾ ਉਪਦੇਸ਼ ਦੂਜਿਆਂ ਨੂੰ ਵੀ ਸੁਣਾਉਂਦੇ ਨੇ ਤਾਂ ਕਿ ਇਹਨਾਂ ਦਾ ਵੀ ਭਲਾ ਹੋ ਜਾਏ। ਹਰ ਨਾਮ ਦਿਰੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰਿਆ। ਕਹਿੰਦੇ ਸਤ ਸੰਗਤ ਦੇ ਵਿੱਚ ਗੁਰੂ ਆਪਣੇ ਸਿੱਖਾਂ ਦੇ, ਆਪਣੇ ਸੇਵਕਾਂ ਨੂੰ ਹਰੀ ਦਾ ਨਾਮ ਪੱਕਾ ਕਰਵਾਉਂਦਾ, ਹਰੀ ਦਾ ਨਾਮ ਸੁਣਾਉਂਦਾ ਤੇ ਹਰੀ ਦੇ ਨਾਮ ਰਾਹੀਂ ਇਸ ਸੰਸਾਰ ਵਿੱਚ ਜਗਤ ਦਾ ਇਸ ਭਵਜਲ ਤੋਂ ਨਿਸਤਾਰਾ ਹੋ ਜਾਂਦਾ, ਪਾਰ ਉਤਾਰਾ ਹੋ ਜਾਂਦਾ। ਗੁਰ ਵੇਖਣ ਕੋ ਸਭ ਕੋਈ ਲੋਚੈ ਨਵਖੰਡ ਜਗਤ ਨਮਸਕਾਰਿਆ। ਫਿਰ ਕਹਿੰਦੇ ਗੁਰੂ ਦੀਆਂ ਇੰਨੀਆਂ ਵਡਿਆਈਆਂ ਸੁਣ ਕੇ ਹਰ ਕੋਈ ਗੁਰੂ ਦਾ ਦਰਸ਼ਨ ਕਰਨਾ ਲੋਚਦਾ। ਕਹਿੰਦੇ ਧਰਤੀ ਦੇ 9 ਖੰਡਾਂ ਦੇ ਜੀਵ ਗੁਰੂ ਨੂੰ ਨਮਸਕਾਰ ਕਰਦੇ ਨੇ, ਗੁਰੂ ਅੱਗੇ ਆਪਣਾ ਸਿਰ ਨਿਵਾਉਂਦੇ ਨੇ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ।
ਕਹਿੰਦੇ ਹੇ ਪਰਮੇਸ਼ਰ ਜੀ, ਗੁਰੂ ਸਤਿਗੁਰੂ ਦੇ ਵਿੱਚ ਤੁਸੀਂ ਆਪਣਾ ਸਰੂਪ ਰੱਖਿਆ ਹੈ ਅਤੇ ਸਤਿਗੁਰ ਦਾ ਆਤਮਿਕ ਜੀਵਨ ਤੁਸੀਂ ਆਪ ਸੋਹਣਾ ਬਣਾਇਆ ਹੈ। ਤੂੰ ਆਪੇ ਪੂਜੈ ਪੂਜ ਕਰਾਵੈ, ਸਤਿਗੁਰ ਕੋ ਸਿਰਜਣਹਾਰਿਆ। ਕਹਿੰਦੇ ਹੇ ਸਤਿਗੁਰ ਨੂੰ ਸਿਰਜਣਹਾਰ ਕਰਨ ਵਾਲੇ, ਸਤਿਗੁਰ ਨੂੰ ਬਣਾਉਣ ਵਾਲੇ ਪਰਮਾਤਮਾ ਜੀ, ਤੁਸੀਂ ਸਤਿਗੁਰ ਦੀ ਵਡਿਆਈ ਆਪ ਵੱਡੀ ਕੀਤੀ ਆ ਅਤੇ ਆਪ ਹੀ ਸੰਗਤਾਂ ਕੋਲੋਂ ਵਡਿਆਈ ਕਰਵਾ ਰਹੇ ਹੋ ਸਤਿਗੁਰ ਦੀ। ਕੋਈ ਵਿਛੜ ਜਾਏ ਸਤਿਗੁਰੂ ਪਾਸੋਂ, ਤਿਸ ਕਾਲਾ ਮੋਹ ਜਮ ਮਾਰਿਆ। ਕਹਿੰਦੇ ਜਿਹੜੇ ਗੁਰੂ ਤੋਂ ਬੇਮੁਖ ਰਹਿੰਦੇ ਨੇ, ਫਿਰ ਉਹ ਜਮ ਦੀਆਂ ਚੋਟਾਂ ਖਾਂਦੇ ਨੇ, ਮੂੰਹ ਕਾਲੇ ਉਹਨਾਂ ਦੇ ਹੁੰਦੇ ਨੇ। ਤਿਸ ਅੱਗੇ ਪਿੱਛੇ ਟੋਈ ਨਾਹੀਂ, ਗੁਰ ਸਿੱਖੀ ਮਨ ਵਿਚਾਰਿਆ। ਕਹਿੰਦੇ ਜਿਹੜੇ ਗੁਰਸਿੱਖ ਨੇ ਉਹ ਵੀ ਵਿਚਾਰ ਕਰਦੇ ਨੇ ਕਿ ਜਿਹੜੇ ਮਨਮੁਖ ਨੇ ਉਹਨਾਂ ਨੂੰ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਕੋਈ ਆਸਰਾ ਨਹੀਂ ਮਿਲਦਾ। ਸਤਿਗੁਰੂ ਨੂੰ ਮਿਲੈ ਸਈ ਜਨ ਉਬਰੇ, ਜਿਨ ਹਿਰਦੈ ਨਾਮ ਸਮਾਰਿਆ। ਕਹਿੰਦੇ ਜੋ ਸਤਿਗੁਰ ਦੀ ਸ਼ਰਨ ਆਉਂਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਕਿਉਂਕਿ ਉਹਨਾਂ ਨੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾਇਆ ਹੁੰਦਾ। ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ, ਹਰ ਜਪਿਓ ਹਰ ਨਿਸਤਾਰਿਆ। ਕਹਿੰਦੇ ਹੇ ਨਾਨਕ ਜੀ ਦੇ ਗੁਰਸਿੱਖ ਪੁੱਤੋ, ਉਸ ਪਰਮਾਤਮਾ ਦਾ ਨਾਮ ਜਪੋ। ਉਹ ਪਰਮਾਤਮਾ ਦਾ ਨਾਮ ਹੀ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਪਾਰ ਉਤਾਰਾ ਕਰਾਉਣ ਵਾਲਾ ਹੈ। ਉਹਦਾ ਨਾਮ ਹੀ ਜਪੋ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ ਦਿਓ ਜੀ। ਅੱਗੇ ਤੋਂ ਸੁਮੱਤ ਦਿਓ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।